तरण गगन नवखंड मह जोत स्वरूपी रहियो पर अन मथुरा कछ भेद नहीं गुर अर्जन परतख हर सुखो टल गुर सेविय सहज सहज सुभाय दर्शन परसिय गुरु के जन्म मरण दुख जाए दर्शन परसिय गुरु के जन्म मरण दुख जाए शबर शतर तखत मालक हाजरा हजूर जहरा जहूर सर्व कला भरपूर साझी वार्ता के प्रति गुरु गरीब नवाज दसां पातशाहियां दी जागदी जोत धन धन साहिब श्री गुरु ग्रंथ साहिब महाराज पातशाह जी की पावन पवित्र हजूरी अंदर संध्या वेले दे पावन दीवाना अंदर हाजरियां लवा रही परम सत्कारियो गुरु प्यारी गुरु सवारी सत संगत जीओ आप जी मन भागे तो जो दास तो पहला सत्कारियो भाई साहब पासों रब्बी बाणी का कीर्तन बड़े प्यार नाल आप जी ने श्रवण किया है। आओ समा है विचारां दा अज का जो ये दिहाड़ा है शहीदां दे सरताज धन धन साहिब श्री गुरु अर्जन देव महाराज पातशाह जी जिन्हां दा पवित्र गुरता गद्दी पुरब संसार भर विच नानक नाम लेवा सिख संगत बड़े प्यार नाल मना रही है। आओ आपां भी गुरु के पावन इतिहास की विचार साझी करिए। विचार आरंभ करने तो पहला आप सरबत संगत आसीस बख्शो बुलाओ फतेह। वाहिगुरू जी का खालसा वाहिगुरू जी की फतेह। दुनिया के अंदर दो रस्ते हैं, एक रस्ता है माया का ते दूसरा रस्ता है मया का। मया का अर्थ है परमात्मा की कृपा बख्शिश। माया वो है जिहड़ी संसार नाल जोड़दी है ते निरंकार नालों तोड़दी है। बाबा कबीर जी ने बड़ा प्यारा वचन आख्या, इन माया जगदीश गुसाई तुमरे चरण विसारे। इस माया ने इन्ना प्रभाव पाया जीव उत्ते कि इनू परमात्मा परमेश्वर विसर गया ते अंदर दी कंडीशन ऐसी बन गई, माया मनो न विसरै मांगै दमा दम सो प्रभ चित न आवई नानक नहीं करम। मूल नाल टुट के टाणियां नाल जुड़ गया। अकाल पुरख परमात्मा के नाम नूं विसार के मनुख जिंदगी बतीत कर लग पिया ते होया कि माया ने जदों इनू फड़ के पापां दी कचहरी विच लिजा के खड़ा कर दिता, हुण उत्थे नित ही पाप करदा है ते पाप एक दिन पछतावा बन के सामने आउंदे ने, फिर मनुख पछताउंदा है। ते जे ये रस्ता मया भाव कृपा वाला रस्ता अपनाउंदा तां गुरु ने फिर कदी भी इहदा घर जिहड़ा है वो पापां दा नहीं सी बनन देना। इहदे जीवन की मर्यादा जिहड़ी है वो ऐसी होनी सी कि इनू पापां वाले पासे इन्हें तुरन नहीं सी देना। पर अफसोस की माया की पकड़ होने कारण मनुख पापां वाले राह ते तुर पैंदा है।
ਤੇ ਸਾਰੀ ਜ਼ਿੰਦਗੀ ਪਾਪ ਕਮਾਉਂਦਾ ਏ, ਅੰਤ ਨੂੰ ਪਛਤਾਵੇ ਤੋਂ ਸਿਵਾ ਹੋਰ ਪੱਲੇ ਕੁਛ ਰਹਿੰਦਾ ਨਹੀਂ। ਪਰ ਜਿਹੜਾ ਮਨੁੱਖ ਗੁਰੂ ਚਰਨਾਂ ਨਾਲ ਜੁੜਿਆ ਹੋਇਆ ਹੈ, ਗੁਰੂ ਫਿਰ ਇਹਦੇ ਜੀਵਨ ਦੀ ਘਾਟ ਘਟਦਾ ਹੈ ਤੇ ਘੜਿਆ ਹੋਇਆ ਜੀਵਨ ਜਿਹੜਾ ਹੈ ਉਹ ਸੋਹਣਾ ਬਣਦਾ ਹੈ, ਸ਼ੋਭਨੀਕ ਪਿਆਰਾ ਬਣਦਾ ਹੈ, ਸੁੰਦਰ ਬਣਦਾ ਹੈ ਤੇ ਐਸਾ ਮਨੁੱਖ ਮਾਲਕ ਦੇ ਦਰ ਤੇ ਪ੍ਰਵਾਨ ਵੀ ਹੋ ਜਾਂਦਾ ਹੈ। ਐਸੀਆਂ ਦੋ ਤਸਵੀਰਾਂ ਸਾਨੂੰ ਇਤਿਹਾਸ ਵਿੱਚੋਂ ਮਿਲਦੀਆਂ ਨੇ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਜੀਵਨ ਦੇ ਇਤਿਹਾਸ ਦੀ ਵਿਚਾਰ ਕਰਾਂਗੇ ਤੇ ਇਹ ਦੋਵੇਂ ਗੱਲਾਂ ਨਾਲ ਚੱਲਦੀਆਂ ਨੇ। ਇੱਕ ਉਹ ਪੱਖ ਵਿਚਾਰਨਾ ਹੈ ਕਿ ਕਿਵੇਂ ਮਾਇਆ ਨਾਲ ਜੁੜ ਕੇ ਮਨੁੱਖ ਸਾਰੀ ਜ਼ਿੰਦਗੀ ਦੁੱਖਾਂ ਨਾਲ ਆਪਣੀ ਝੋਲੀ ਭਰ ਲੈਂਦਾ ਹੈ, ਤੇ ਇੱਕ ਉਹ ਹੈ ਜਿਹੜਾ ਗੁਰੂ ਦੀ ਅਸੀਸ ਲੈ ਕੇ ਆਪਣਾ ਜੀਵਨ ਸੁੱਖਾਂ ਨਾਲ ਭਰ ਲੈਂਦਾ ਹੈ। ਕਦੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਦਰ ਤੇ ਕੀਰਤਨ ਕਰਨ ਵਾਲੇ ਬਾਬਾ ਸੱਦਾ ਜੀ ਤੇ ਬਾਬਾ ਬਲਵੰਡ ਜੀ, ਇਹਨਾਂ ਦੇ ਅੰਦਰ ਇੱਕ ਦਿਨ ਇਹ ਖਿਆਲ ਆਇਆ ਵੀ ਕਿਉਂ ਨਾ ਗੁਰੂ ਦੇ ਅੱਗੇ ਅਸੀਂ ਆਪਾਂ ਇਹ ਅਰਦਾਸ ਬੇਨਤੀ ਕਰੀਏ ਵੀ ਸਤਿਗੁਰੂ ਸਾਡੀ ਬੱਚੀ ਦਾ ਵਿਆਹ ਹੈ, ਕੁਝ ਧਨ ਕੁਝ ਦੌਲਤ ਸਾਨੂੰ ਦਿਓ ਤਾਂ ਜੋ ਅਸੀਂ ਉਸ ਬੱਚੀ ਦੇ ਕਾਰਜ ਜਿਹੜੇ ਹਨ ਉਹ ਬੜੇ ਚੰਗੇ ਢੰਗ ਨਾਲ ਕਰ ਸਕੀਏ। ਹੁਣ ਜਦੋਂ ਇਹ ਦੋਵੇਂ ਚੱਲ ਕੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਗਏ, ਪਰ ਉਸ ਸਮੇਂ ਜਿਹੜੀ ਮਨ ਵਿੱਚ ਇੱਕ ਤਸਵੀਰ ਬਣੀ ਸੀ, ਉਹ ਤਸਵੀਰ ਐਸੀ ਸੀ ਕਿ ਮਾਇਆ ਨੇ ਆਪਣੀ ਪਕੜ ਅੰਦਰੋਂ ਇੰਨੀ ਬਣਾਈ ਸੀ ਕਿ ਅੰਦਰੋਂ ਸਿਰਫ ਮਾਇਆ ਹੀ ਚੱਲ ਰਹੀ ਸੀ, ਮਾਇਆ ਦੀ ਖੇਡ ਵਰਤ ਰਹੀ ਸੀ। ਕੁਝ ਬਾਬਾ ਪ੍ਰਿਥੀ ਚੰਦ ਨੇ ਆਖ ਦਿੱਤਾ ਸੀ ਵੀ ਤੁਸੀਂ ਮਾਇਆ ਇਸ ਤਰੀਕੇ ਨਾਲ ਮੰਗਣੀ ਹੈ ਕਿ ਗੁਰੂ ਪਾਤਸ਼ਾਹ ਜੀ ਵੇਖੋ ਤੁਹਾਨੂੰ ਦਿੰਦੇ ਨੇ ਕਿ ਨਹੀਂ, ਜੇ ਨਹੀਂ ਦੇਣਗੇ ਫਿਰ ਤੁਸੀਂ ਸਾਡੇ ਕੋਲ ਆ ਜਿਓ, ਅਸੀਂ ਤੁਹਾਨੂੰ ਦਿਆਂਗੇ। ਹੁਣ ਜਦੋਂ ਚੱਲ ਕੇ ਗਏ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਨੇ ਆਖਿਆ ਕੋਈ ਗੱਲ ਨਹੀਂ, ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਹੈ, ਇੱਥੇ ਕੋਈ ਵੀ ਲੋੜਵੰਦ ਆਵੇ ਉਹਦੀ ਲੋੜ ਪੂਰੀ ਕੀਤੀ ਜਾਂਦੀ ਹੈ। ਇੱਥੇ ਤੁਹਾਡੀ ਬੱਚੀ ਦੀ ਗੱਲ ਨਹੀਂ, ਉਹ ਗੁਰੂ ਨਾਨਕ ਦੇ ਘਰ ਦੀ ਬੱਚੀ ਹੈ ਤੇ ਜਿਹੜਾ ਗੁਰੂ ਨਾਨਕ ਦੇ ਘਰ ਦਾ ਸੇਵਕ ਬਣਦਾ ਹੈ, ਸ਼ਰਧਾਲੂ ਬਣਦਾ ਹੈ, ਗੁਰੂ ਨਾਨਕ ਪਾਤਸ਼ਾਹ ਜੀ ਉਹਦੀ ਬਾਂਹ ਫੜਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੰਨੇ ਬਚਨ ਆਖੇ ਸਨ, ਤੁਸੀਂ ਇਸ ਦਰ 'ਤੇ ਆਏ ਹੋ, ਕੁਝ ਮੰਗ ਲੈ ਕੇ ਆਏ ਹੋ। ਦੁਨੀਆ ਆਉਂਦੀ ਇੱਥੇ ਮੰਗਾਂ ਲੈ ਕੇ ਤੇ ਝੋਲੀਆਂ ਭਰ ਕੇ ਜਾਂਦੀ ਹੈ, ਜੇ ਤੁਸੀਂ ਆਏ ਹੋ ਤਾਂ ਤੁਹਾਡੀ ਵੀ ਲੋੜ ਪੂਰੀ ਕੀਤੀ ਜਾਵੇ। ਉਹਨਾਂ ਅੱਗੇ ਆਖਿਆ ਵੀ ਸਤਿਗੁਰੂ ਸਾਨੂੰ ਇੱਕ ਦਿਨ ਜਿੰਨੀ ਅੱਗੇ ਮਾਇਆ ਆਉਂਦੀ ਹੈ ਨਾ, ਸੰਗਤ ਮੱਥਾ ਟੇਕਦੀ ਹੈ, ਉਹ ਇੱਕ ਦਿਨ ਦੀ ਸਾਰੀ ਭੇਟਾ ਸਾਨੂੰ ਚਾਹੀਦੀ ਹੈ। ਮਹਾਰਾਜ ਨੇ ਆਖਿਆ ਠੀਕ ਹੈ। ਰੱਬ ਨੇ ਐਸੀ ਖੇਡ ਵਰਤਾਈ ਕਿ ਜਿਸ ਦਿਨ ਉਹਨਾਂ ਮਾਇਆ ਮੰਗੀ ਉਸ ਦਿਨ ਬਹੁਤ ਥੋੜੀ ਮਾਇਆ ਆਈ। ਇਸ ਤੋਂ ਨਾਰਾਜ਼ ਹੋ ਕੇ ਉਹ ਬਾਬਾ ਪ੍ਰਿਥੀ ਚੰਦ ਕੋਲ ਚਲੇ ਗਏ ਤੇ ਬੜੇ ਅਪਸ਼ਬਦ ਵੀ ਆਖੇ ਤੇ ਨਾਲੇ ਆਖਿਆ ਵੀ ਅਸੀਂ ਨਹੀਂ ਕੀਰਤਨ ਕਰਨਾ। ਸਤਿਗੁਰੂ ਪਾਤਸ਼ਾਹ ਜੀ ਨੇ ਬੜਾ ਸਮਝਾਇਆ, ਪਰ ਜਦੋਂ ਮਾਇਆ ਦਾ ਪਰਦਾ ਮੱਥ 'ਤੇ ਪੈ ਗਿਆ ਤੇ ਕਿੱਥੇ ਕੋਈ ਸੁਣਦਾ ਹੈ। ਗੁਰਦੇਵ ਬਾਣੀ ਅੰਦਰ ਆਖਦੇ ਨੇ, ਮਾਇਆ ਧਾਰੀ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋੜ ਝੋਲਾ। ਉਹ ਬੰਦਾ ਕਿਵੇਂ ਸ਼ਬਦ ਸੁਣ ਸਕਦਾ ਹੈ ਗੁਰੂ ਦਾ, ਜਿਹਦੇ ਅੰਦਰ ਮਾਇਆ ਦੀ ਖੇਡ ਵਰਤ ਰਹੀ ਹੋਵੇ। ਨਾ ਉਹ ਗੁਰੂ ਵੱਲ ਵੇਖ ਸਕਦਾ ਹੈ, ਨਾ ਉਹ ਗੁਰੂ ਦੀ ਗੱਲ ਨੂੰ ਸੁਣ ਸਕਦਾ ਹੈ। ਦੋਵੇਂ ਭਰਾ ਬਾਬਾ ਪ੍ਰਿਥੀ ਚੰਦ ਕੋਲ ਗਏ, ਕੁਝ ਸਮਾਂ ਉੱਥੇ ਬਤੀਤ ਕੀਤਾ, ਪਰ ਗੁਰੂ ਤੋਂ ਵਿਛੜ ਗਏ। ਐਸੇ ਗੁਰੂ ਤੋਂ ਵਿਛੜੇ ਕਿ ਹੁਣ ਪਤਾ ਲੱਗਿਆ ਵੀ ਬਹੁਤ ਵੱਡਾ ਗੁਨਾਹ, ਬੜਾ ਵੱਡਾ ਪਾਪ ਕਰ ਲਿਆ ਗੁਰੂ ਤੋਂ ਦੂਰ ਜਾ ਕੇ। ਜਿਵੇਂ ਕੋਈ ਚੀਜ਼ ਆਪਣੇ ਮੂਲ ਨਾਲੋਂ ਟੁੱਟ ਕੇ ਤੇ ਖਤਮ ਹੋ ਜਾਂਦੀ ਹੈ ਨਾ,
ਇਸੇ ਤਰ੍ਹਾਂ ਹੀ ਮਨੁੱਖ ਆਪਣੇ ਮੂਲ ਨਾਲੋਂ ਟੁੱਟ ਕੇ ਦੂਰ ਜਦੋਂ ਰਹਿੰਦਾ ਹੈ, ਭਾਵੇਂ ਉਹ ਤੁਹਾਨੂੰ ਲੱਗਦਾ ਹੋਵੇ ਜਿਉਂਦਾ ਹੈ, ਪਰ ਅੰਦਰੋਂ ਉਹ ਜਿਉਂਦਾ ਨਹੀਂ ਹੁੰਦਾ। ਅੰਦਰੋਂ ਉਹਦੀ ਮਰਿਆਂ ਵਾਲੀ ਹਾਲਤ ਹੁੰਦੀ ਹੈ। ਸਹਿਬ ਬਾਣੀ ਵਿੱਚ ਆਖਦੇ ਨੇ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਇੱਕ ਦਰਖਤ ਦੇ ਨਾਲੋਂ ਕੋਈ ਟਾਹਣੀ ਟੁੱਟ ਜਾਵੇ, ਕਿੰਨੇ ਕੁ ਦਿਨ ਤੱਕ ਹਰੀ ਰਹਿ ਸਕਦੀ ਹੈ? ਕੀ ਉਸ ਟਾਹਣੀ ਉੱਤੇ ਪੱਤੇ ਆ ਸਕਦੇ ਨੇ? ਕੀ ਉਸ ਟਾਹਣੀ ਨੂੰ ਕਦੀ ਕੋਈ ਫੁੱਲ ਲੱਗ ਸਕਦਾ, ਕਦੀ ਫਲ ਲੱਗ ਸਕਦਾ? ਜਿੰਨਾ ਚਿਰ ਕੋਈ ਸ਼ਾਖਾ, ਕੋਈ ਟਾਹਣੀ ਦਰਖਤ ਨਾਲ ਮੂਲ ਨਾਲ ਜੁੜੀ ਹੈ, ਉਹਨਾਂ ਚਿਰ ਉਹਦੇ ਵਿੱਚ ਗੁਣ ਨੇ। ਜਦੋਂ ਟੁੱਟ ਗਈ ਉਹ ਗੁਣ ਫਿਰ ਔਗੁਣਾਂ ਵਿੱਚ ਬਦਲ ਜਾਂਦੇ ਨੇ। ਸਹਿਬ ਬਾਣੀ ਵਿੱਚ ਹਰ ਬਿਸਰਤ ਤੇਰੇ ਗੁਣ ਗਲੇ। ਪਰਮਾਤਮਾ ਨੂੰ ਵਿਸਾਰ ਕੇ ਗੁਣ ਅੰਦਰੋਂ ਨਸ਼ਟ ਹੋ ਜਾਂਦੇ ਨੇ, ਔਗਣ ਹੀ ਔਗਣ ਜੀਵਨ ਵਿੱਚ ਭਰ ਜਾਂਦੇ ਨੇ। ਇੱਕ ਟਾਹਣੀ ਨਾਲ ਲੱਗਾ ਹੋਇਆ ਫੁੱਲ ਉਹਨਾਂ ਚਿਰ ਹੀ ਮਹਿਕਦਾ ਜਿੰਨਾ ਚਿਰ ਜੁੜੇ। ਟੁੱਟ ਗਿਆ ਤੇ ਨਾ ਉਹਦਾ ਸੁਪਨ, ਨਾ ਉਹਦੀ ਸੁੰਦਰਤਾ, ਨਾ ਉਹਦੀ ਮਹਿਕ, ਨਾ ਉਹਦੀ ਕੋਮਲਤਾ। ਵਗਦੇ ਦਰਿਆਵਾਂ ਨਾਲੋਂ ਜਦੋਂ ਪਾਣੀ ਟੁੱਟ ਕੇ ਟੋਭਿਆਂ ਵਿੱਚ ਪੈ ਜਾਂਦਾ ਹੈ, ਫਿਰ ਉਹ ਪਸ਼ੂਆਂ ਦੇ ਪੀਣ ਲੈ ਕੇ ਵੀ ਨਹੀਂ ਰਹਿੰਦਾ। ਤਾਂ ਬਾਬਾ ਸੱਤਾ ਜੀ ਤੇ ਬਾਬਾ ਬਲਵਾਨੀ ਜੀ ਜਿੰਨਾ ਚਿਰ ਗੁਰੂ ਚਰਨਾਂ ਨਾਲ ਜੁੜੇ ਸਨ, ਉਦੋਂ ਜੀਵਨ ਦਾ ਹਰ ਇੱਕ ਸੁੱਖ ਮਾਣ ਰਹੇ ਸਨ। ਪਰ ਜਦੋਂ ਗੁਰੂ ਦੇ ਦਰ ਨੂੰ ਛੱਡ ਕੇ ਗਏ ਤੇ ਅੰਦਰੋਂ ਅਹਿਸਾਸ ਹੋਇਆ ਵੀ ਅਸੀਂ ਬੜੀ ਵੱਡੀ ਗਲਤੀ ਕੀਤੀ ਹੈ, ਪਰ ਹੁਣ ਉਸ ਗਲਤੀ ਨੂੰ ਸੁਧਾਰਿਆ ਕਿਵੇਂ ਜਾਵੇ? ਤਾਂ ਇੱਕ ਗੱਲ ਯਾਦ ਰੱਖਣਾ, ਗੁਰੂ ਪਿਆਰ ਵਾਲਿਓ, ਜੁੜਿਆ ਹੋਇਆ ਹੀ ਜੋੜ ਸਕਦਾ ਹੈ, ਟੁੱਟਿਆ ਹੋਇਆ ਨਹੀਂ ਜੋੜ ਸਕਦਾ। ਜਿਹੜਾ ਆਪ ਮਨੁੱਖ ਟੁੱਟਿਆ ਹੋਵੇਗਾ ਉਹ ਕਿਸੇ ਨੂੰ ਕਿਵੇਂ ਜੋੜੇਗਾ? ਹੁਣ ਉਹਨਾਂ ਦੋਹਾਂ ਨੂੰ ਤਲਾਸ਼ ਹੈ ਵੀ ਕੋਈ ਜੁੜਿਆ ਹੋਇਆ ਮਿਲੇ, ਜਿਹੜਾ ਗੁਰੂ ਨਾਲ ਜੁੜਿਆ ਹੈ, ਤੇ ਉਹੀ ਸਾਨੂੰ ਫਿਰ ਮੁੜ ਜੋੜ ਸਕਦਾ ਹੈ। ਇੱਕ ਗੁਰੂ ਕਾ ਸਿੱਖ ਭਾਈ ਲੱਧਾ ਜੀ ਪਰਉਪਕਾਰੀ ਕਰਕੇ ਨਾ ਉਹਨਾਂ ਦਾ, ਉਹ ਪਰਉਪਕਾਰ ਹੀ ਕਰਦੇ। ਭਾਈ ਲੱਧਾ ਜੀ ਦੇ ਚਰਨਾਂ ਵਿੱਚ ਗਏ, ਜਾ ਕੇ ਉਹਨਾਂ ਅੱਗੇ ਬੇਨਤੀ ਕੀਤੀ, ਸਾਡੇ ਕੋਲੋਂ ਬੜਾ ਵੱਡਾ ਗੁਨਾਹ ਹੋਇਆ, ਗਲਤੀ ਕੀਤੀ ਹੈ, ਅਸੀਂ ਗੁਰੂ ਚਰਨਾਂ ਦੇ ਤੋਂ ਟੁੱਟ ਗਏ ਹਾਂ, ਅਸੀਂ ਮਾਇਆ ਦੇ ਅਧੀਨ ਹੋ ਕੇ ਤੇ ਇੱਕ ਬੜਾ ਵੱਡਾ ਪਾਪ ਕਮਾ ਲਿਆ। ਸੱਚ ਜਾਣਿਓ ਗੁਰੂ ਪਿਆਰ ਵਾਲਿਓ, ਉਸ ਸਿੱਖ ਨੇ ਬਾਬਾ ਸੱਤਾ ਤੇ ਬਾਬਾ ਬਲਵੰਡ ਜੀ ਨੂੰ ਲਿਆ ਕੇ ਤੇ ਗੁਰੂ ਚਰਨਾਂ ਵਿੱਚ ਜੋੜ ਦਿੱਤਾ ਸੀ। ਹੁਣ ਉਹੀ ਬਾਬਾ ਸੱਤਾ ਜੀ ਤੇ ਬਾਬਾ ਬਲਵੰਡ ਜੀ ਜਦੋਂ ਗੁਰੂ ਦੀ ਉਸਤਤ ਕਰਦੇ ਨੇ ਤੇ ਗੁਰੂ ਸਾਹਿਬ ਫਿਰ ਇੰਨੀ ਮਿਹਰ ਕਰਦੇ ਨੇ, ਇੰਨੀ ਬਖਸ਼ਿਸ਼ ਕਰਦੇ ਨੇ ਕਿ ਜਿਵੇਂ ਇੱਕ ਬੱਚਾ ਭੁੱਲ ਕਰਕੇ, ਗਲਤੀ ਕਰਕੇ ਆਪਣੇ ਪਿਤਾ ਦੀ ਅਧੀਨਗੀ ਕਬੂਲ ਕਰ ਲੈਂਦਾ, ਗਲਤੀ ਨੂੰ ਸਵੀਕਾਰ ਕਰ ਦਿੰਦਾ ਹੈ ਤੇ ਬਾਪ ਉਹਦੀ ਗਲਤੀ ਨੂੰ ਬਖਸ਼ ਦਿੰਦਾ ਹੈ। ਇਹ ਗੁਰੂ ਦਾ ਸੁਭਾਅ ਹੈ। ਮਹਾਰਾਜ ਬੜੀ ਕਿਰਪਾ ਕਰਦੇ ਨੇ ਰੱਬੀ ਬਾਣੀ ਅੰਦਰ, ਜੈਸੇ ਬਾਲਕ ਭਾਈ ਸੁਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬੌੜ ਪਿਤਾ ਗਲ ਲਾਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਗੁਰੂ ਫਿਰ ਅੱਗੇ ਰਾਹ, ਚੰਗੇ ਰਾਹ ਤੋਰ ਦਿੰਦਾ, ਅੱਗੇ ਰਾਹ ਵਿਖਾ ਦਿੰਦਾ ਹੈ। ਹੁਣ ਉਹ ਦੋਵੇਂ ਭਰਾ ਜਦੋਂ ਗੁਰੂ ਚਰਨਾਂ ਵਿੱਚ ਆਏ, ਅੱਖਾਂ ਵਿੱਚੋਂ ਅੱਥਰੂ ਵਹਿ ਤੁਰੇ, ਆਪਣੀ ਕੀਤੀ ਗਲਤੀ ਸਵੀਕਾਰ ਕਰ ਲਈ ਤੇ ਉਹਨਾਂ ਅੱਖਾਂ ਵਿੱਚੋਂ ਵਗਦੇ ਹੋਏ ਹੰਝੂਆਂ ਨੇ ਹਿਰਦੇ ਦੀ ਮੈਲ ਨੂੰ, ਮਾਇਆ ਦੀ ਮੈਲ ਨੂੰ ਧੋ ਕੇ ਰੱਖ ਦਿੱਤਾ। ਹੁਣ ਜਦੋਂ ਉਹਨਾਂ ਨੇ ਕੀਰਤਨ ਕੀਤਾ, ਹੁਣ ਜਦੋਂ ਉਹਨਾਂ ਨੇ ਬਾਣੀ ਉਚਾਰਨ ਕੀਤੀ, ਉਸ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦਾ ਸ਼ਿੰਗਾਰ ਬਣਾ ਦਿੱਤਾ। 966 ਅੰਗ ਤੇ ਇਹ ਪਾਵਨ ਵਾਰ ਰਾਮ ਕਲੀ ਕੀ ਵਾਰ ਬਾਬਾ ਸੱਤਾ ਤੇ ਬਾਬਾ ਬਲਵੰਡ ਜੀ ਦੀ ਬਾਣੀ ਨੂੰ ਤੇ ਦਰਜ ਕਰ ਦਿੱਤਾ। ਹੁਣ ਇਸ ਤਰ੍ਹਾਂ ਦੇ ਸੁਭਾਅ ਦੇ ਮਾਲਕ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਚਪਨ ਤੋਂ ਹੀ ਉਹਨਾਂ ਦੇ ਅੰਦਰ ਦਇਆ, ਸਤ, ਸੰਤੋਖ, ਧਰਮ, ਧੀਰਜ, ਸਹਿਜ,
शांति टिका अडोलता ਅਤੇ ਰੱਬ ਪ੍ਰਤੀ ਪ੍ਰੇਮ ਸ਼ਰਧਾ ਸਤਿਕਾਰ ਗੁਰੂ ਦੇ ਪ੍ਰਤੀ ਉਹਨਾਂ ਦਾ ਅਥਾਹ ਪਿਆਰ ਹੈ। ਬਚਪਨ ਵਿੱਚੋਂ ਨਾਨੇ ਦੀ ਗੋਦ ਵਿੱਚ ਖੇਡੇ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਨੂੰ ਬੜੀ ਨੇੜੇ ਹੋ ਕੇ ਵੇਖਿਆ। ਕੋਲ ਰਹਿ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਉਹਨਾਂ ਨੇ ਗੁਰਬਾਣੀ ਦੀ ਡੂੰਘਾਈ ਵਿੱਚ ਜਾ ਕੇ ਵਿਚਾਰ ਸਮਝ ਕੇ ਉਹ ਜੀਵਨ ਵਿੱਚ ਲਾਗੂ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਸਮਝ ਲਿਆ ਸੀ ਕਿ ਇੱਥੇ ਬਾਬਾ ਦਾਤੂ ਵਾਂਗੂ ਲੱਤ ਮਾਰਿਆਂ ਗੱਲ ਨਹੀਂ ਬਣਨੀ, ਇੱਥੇ ਜੇ ਬਖਸ਼ਿਸ਼ ਪ੍ਰਾਪਤ ਕਰਨੀ ਹੈ ਤੇ ਇੱਥੇ ਨਿਮਰਤਾ ਦਾ ਪੱਲਾ ਫੜਨਾ ਪਵੇਗਾ। ਘਰ ਵਿੱਚੋਂ ਹੀ ਸਾਰੀ ਸਿੱਖਿਆ ਜਿਹੜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਪ੍ਰਾਪਤ ਹੋ ਗਈ। ਭੱਟਾਂ ਨੇ ਤਾਂ ਇੱਥੋਂ ਤੱਕ ਮੁਬਾਰਕ ਬਚਨ ਆਖੇ ਨੇ, ਤੈ ਜਨਮਤ ਗੁਰਮਤਿ ਬ੍ਰਹਮ ਪਛਾਣਿਓ ਕਿ ਹੇ ਗੁਰੂ ਅਰਜਨ ਦੇਵ ਪਾਤਸ਼ਾਹ ਜੀਓ, ਸਾਰੀ ਜ਼ਿੰਦਗੀ ਮਨੁੱਖ ਦੀ ਲੰਘ ਜਾਂਦੀ ਹੈ ਪਰ ਆਹ ਦੋ ਗੱਲਾਂ ਦੀ ਪਛਾਣ ਨਹੀਂ ਹੁੰਦੀ। ਇੱਕ ਹੈ ਬ੍ਰਹਮ ਤੇ ਦੂਜਾ ਹੈ ਗੁਰਮਤਿ। ਮਾਂ ਦੀ ਪਛਾਣ ਹੋ ਜਾਂਦੀ ਹੈ, ਪਿਤਾ ਦੀ ਪਹਿਚਾਣ ਹੋ ਜਾਂਦੀ, ਭਰਾਵਾਂ ਦੀ, ਘਰ ਦੀ, ਜ਼ਮੀਨ ਜਾਇਦਾਦ ਦੀ, ਹਰ ਇੱਕ ਚੀਜ਼ ਦੀ ਪਹਿਚਾਣ ਹੋ ਜਾਂਦੀ ਪਰ ਬ੍ਰਹਮ ਦੀ ਪਹਿਚਾਣ ਨਹੀਂ ਹੁੰਦੀ। ਦੂਸਰੀ ਗੱਲ, ਸਾਰੀ ਜ਼ਿੰਦਗੀ ਬੰਦਾ ਮਨਮਤ ਦਾ ਪੱਲਾ ਫੜ ਕੇ ਤੁਰਿਆ ਜਾਂਦਾ ਹੈ। ਕੋਈ ਵਿਰਲਾ ਹੈ ਜਿਹੜਾ ਗੁਰਮਤ ਦਾ ਪੱਲਾ ਫੜ ਕੇ ਤੁਰਦਾ ਹੈ, ਜਿਹੜਾ ਗੁਰੂ ਦੀ ਮੱਤ ਲੈ ਕੇ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ। ਨਹੀਂ ਤਾਂ ਬਹੁਤਾਇਤ ਲੋਕ ਜਿਹੜੇ ਹਨ ਉਹ ਮਨਮਤ ਦੇ ਅਧੀਨ ਹੀ ਜੀਵਨ ਗੁਜ਼ਾਰਦੇ ਹਨ। ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਜਿਨ੍ਹਾਂ ਦਾ ਸੁਭਾਅ ਜਿਹੜਾ ਹੈ ਉਹ ਆਪਣੇ ਦੋਵੇਂ ਭਰਾਵਾਂ ਤੋਂ ਬਿਲਕੁਲ ਵੱਖਰਾ ਹੈ। ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਨ੍ਹਾਂ ਦੇ 3 ਪੁੱਤਰ ਨੇ, ਵੱਡੇ ਪੁੱਤਰ ਬਾਬਾ ਪ੍ਰਿਥੀ ਚੰਦ, ਉਸ ਤੋਂ ਛੋਟੇ ਬਾਬਾ ਮਹਾਦੇਵ ਜੀ ਤੇ ਉਸ ਤੋਂ ਛੋਟੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ। ਗੁਰੂ ਪਿਆਰ ਵਾਲਿਓ, ਸਿਆਣਿਆਂ ਨੇ ਇੱਕ ਗੱਲ ਆਖੀ, ਉਹ ਕਹਿੰਦੇ ਰਾਗ ਦਾ ਜਨਮ ਤੰਤੀ ਸਾਜ਼ ਵਿੱਚੋਂ ਹੁੰਦਾ ਹੈ ਪਰ ਉਹ ਸਾਜ਼ ਵਿੱਚੋਂ ਰਾਗ ਉਦੋਂ ਪ੍ਰਗਟ ਹੁੰਦਾ ਹੈ ਜਦੋਂ ਉਹਦੀਆਂ ਤਾਰਾਂ ਨਾ ਤੇ ਬਹੁਤੀਆਂ ਜ਼ਿਆਦਾ ਟਾਈਟ ਕੱਸੀਆਂ ਹੋਣ ਤੇ ਨਾ ਹੀ ਬਹੁਤੀਆਂ ਢਿੱਲੀਆਂ ਹੋਣ। ਜਦੋਂ ਬਿਲਕੁਲ ਦਰਮਿਆਨੀ ਅਵਸਥਾ ਵਿੱਚ ਤਾਰਾਂ ਹੁੰਦੀਆਂ ਨੇ, ਰਾਗ ਉਦੋਂ ਹੀ ਵਿੱਚੋਂ ਸਾਜ਼ ਤੇ ਪ੍ਰਗਟ ਹੁੰਦਾ ਹੈ। ਹੁਣ ਬਾਬਾ ਪ੍ਰਿਥੀ ਚੰਦ ਨੇ ਜਿਨ੍ਹਾਂ ਦੇ ਜੀਵਨ ਦੀਆਂ ਤਾਰਾਂ ਇੰਨੀਆਂ ਢਿੱਲੀਆਂ ਨੇ, ਦੂਜੇ ਪਾਸੇ ਬਾਬਾ ਮਹਾਦੇਵ ਨੇ ਜਿਨ੍ਹਾਂ ਨੇ ਆਪਣੇ ਜੀਵਨ ਦੀਆਂ ਤਾਰਾਂ ਨੂੰ ਇੰਨਾ ਟਾਈਟ ਕਰ ਲਿਆ। ਉਹ ਆਖਦੇ ਨੇ ਸੰਸਾਰ ਨਾਲ ਮੇਰਾ ਕੋਈ ਸੰਬੰਧ ਨਹੀਂ, ਪਰਿਵਾਰ ਨਾਲ ਮੇਰਾ ਕੋਈ ਸੰਬੰਧ ਨਹੀਂ। ਉਹ ਇਸ ਸੰਸਾਰ ਤੋਂ ਵਿਰਕਤ ਹੋ ਗਏ। ਪਰ ਦੂਜੇ ਪਾਸੇ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਜਿਨ੍ਹਾਂ ਨੇ ਸੰਸਾਰ ਨੂੰ ਵੀ ਸਮਝਿਆ ਤੇ ਮਾੜਾ ਨਹੀਂ ਆਖਿਆ ਪਰ ਦੂਜੇ ਪਾਸੇ ਨਿਰੰਕਾਰ ਨੂੰ ਵੀ ਵਿਸਾਰਿਆ ਨਹੀਂ। ਇੱਕ ਉਹ ਲੋਕ ਸਨ ਜਿਹੜੇ ਸਿਰਫ ਸੰਸਾਰ ਦੇ ਹੀ ਕੰਮ ਧੰਦੇ ਕਰਨ ਵਿੱਚ ਰੁੱਝ ਗਏ, ਨਿਰੰਕਾਰ ਨੂੰ ਵਿਸਾਰ ਦਿੱਤਾ। ਸਾਹਿਬ ਦਾ ਬਚਨ ਪੜ੍ਹਦੇ ਹਾਂ, ਮਹਾਰਾਜ ਆਖਦੇ ਨੇ, ਮਾਇਆ ਮਮਤਾ ਮੋਹਣੀ ਜਿਨ ਵਿਣ ਤੰਤਾਂ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਪਰੇ ਜਿਨੀ ਸੱਚ ਨਾਮ ਚਿਤ ਲਾਇਆ। ਵਿਣ ਨਾਮੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ, ਧੰਦਾ ਕਰਦਿਆਂ ਨਿਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਸਾਰੀ ਜ਼ਿੰਦਗੀ ਸੰਸਾਰ ਦੇ ਕੰਮ ਧੰਦੇ ਤਾਂ ਕੀਤੇ ਨੇ, ਸੰਸਾਰ ਦੇ ਕੰਮ ਤਾਂ ਬਹੁਤ ਕੀਤੇ, ਤਰੱਕੀ ਬੜੀ ਕਰ ਲਈ ਪਰ ਸਾਰੀ ਜ਼ਿੰਦਗੀ ਅਕਾਲ ਪੁਰਖ ਨੂੰ ਵਿਸਾਰ ਕੇ ਰੱਖਿਆ। ਪਰ ਦੂਸਰੇ ਉਹ ਇੱਕ ਸ਼੍ਰੇਣੀ, ਉਹ ਜਿਹੜੇ ਸਿਰਫ ਤਾਂ ਸਿਰਫ ਪਰਮਾਤਮਾ ਵਾਲੇ ਪਾਸੇ ਤੁਰ ਪਏ, ਉਹਨਾਂ ਨੇ ਸੰਸਾਰ ਨੂੰ ਨਿੰਦਿਆ। ਜੋਗੀ ਲੋਕ ਜਿਹੜੇ ਸੰਸਾਰ ਨੂੰ ਨਿੰਦਦੇ ਸਨ, ਗ੍ਰਸਤ ਨੂੰ ਮਾੜਾ ਕਹਿੰਦੇ ਸਨ, ਜਿਹੜੇ ਕਿਰਤੀਆਂ ਨੂੰ ਚੰਗਾ ਨਹੀਂ ਸਨ ਸਮਝਦੇ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਖਿਆ ਵੀ ਪਰਮਾਤਮਾ ਦੀ ਬੰਦਗੀ ਵੀ ਜ਼ਰੂਰੀ ਹੈ ਤੇ ਸੰਸਾਰ ਦੀ ਕਿਰਤ ਵੀ ਜ਼ਰੂਰੀ ਹੈ। ਦੋਵੇਂ ਹੀ ਗੱਲਾਂ ਸਤਿਗੁਰ ਪਾਤਸ਼ਾਹ ਜੀ ਨੇ ਸਮਾਨ ਰੱਖ ਦਿੱਤੀ।
ਹੁਣ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਆਪਣੇ ਪਿਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਹਰ ਇੱਕ ਗੱਲ ਨੂੰ ਸਵੀਕਾਰ ਕਰਕੇ ਹੁਕਮ ਕਰਕੇ ਮੰਨਦੇ ਨੇ, ਤੇ ਦੂਜੇ ਪਾਸੇ ਜੇ ਕਿਤੇ ਸੰਸਾਰ ਦੀ ਜ਼ਿੰਮੇਵਾਰੀ ਉਹਨਾਂ ਨੂੰ ਨਿਭਾਉਣੀ ਪਈ ਤੇ ਉਹ ਵੀ ਬਾਖੂਬੀ ਉਹਨਾਂ ਨਿਭਾਈ ਹੈ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ 11 ਸਾਲ ਉਹਨਾਂ ਨੇ ਗੁਰੂ ਚਰਨਾਂ ਦੇ ਵਿੱਚ ਰਹਿ ਕੇ ਅਥਾਹ ਸ਼ਰਧਾ ਭਾਵਨਾ ਪਿਆਰ ਦੇ ਨਾਲ ਅਤੇ ਕਰੜੀ ਘਾਲਣਾ ਘਾਲ ਕੇ ਉਹਨਾਂ ਨੇ ਗੁਰਮਤਿ ਦੀ ਸਿੱਖਿਆ ਨੂੰ ਪ੍ਰਾਪਤ ਕੀਤਾ, ਫਿਰ ਉਹਨੂੰ ਜੀਵਨ ਵਿੱਚ ਢਾਲਿਆ। ਉਹ ਘਰ ਦੇ ਹਰ ਇੱਕ ਪੱਖ ਤੋਂ ਚੰਗੀ ਤਰ੍ਹਾਂ ਜਾਣੂ ਨੇ ਵੀ ਇਸ ਘਰ ਦੇ ਵਿੱਚ ਕਿਹੜੀ ਖੇਡ ਵਰਤਦੀ, ਕਿਵੇਂ ਕੋਈ ਇੱਕ ਆਮ ਬਾਬਾ ਲਹਿਣਾ ਗੁਰੂ ਅੰਗਦ ਸਾਹਿਬ ਬਣ ਜਾਂਦੇ, ਜਿਵੇਂ ਕੋਈ ਆਮ ਇੱਕ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਣ ਜਾਂਦੇ। ਤੀਰਥਾਂ ਤੇ ਭਟਕਣ ਵਾਲੇ ਬਾਬਾ ਅਮਰਦਾਸ ਜੀ ਉਹ ਕਿਵੇਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਆਪਣੇ ਚਰਨਾਂ ਦਾ ਸੇਵਕ ਹੀ ਨਹੀਂ ਬਣਾਉਂਦੇ, ਬਲਕਿ ਉਹਨਾਂ ਨੂੰ ਜਿੱਥੇ ਉਹ ਆਪ ਪਹੁੰਚੇ, ਜਿਸ ਰੁਤਬੇ ਦੇ ਮਾਲਕ ਉਹ ਆਪ ਬਣੇ ਨੇ, ਉਸੇ ਹੀ ਰੁਤਬੇ ਤੇ ਬਾਬੇ ਜੇਠੇ ਨੂੰ ਲਿਜਾ ਕੇ ਖੜਾ ਕਰ ਦਿੰਦੇ ਕਿ ਦੁਨੀਆ ਕੱਲ ਤੱਕ ਵੇਖਦੀ ਸੀ ਵੀ ਇੱਕ ਟੋਕਰੀਆਂ ਢੋਣ ਵਾਲਾ, ਇੱਕ ਗਾਗਰ ਢੋਣ ਵਾਲਾ ਸਿੱਖ ਹੀ ਗੁਰੂ ਬਣ ਸਕਦਾ ਹੈ। 12 ਸਾਲ ਗਾਗਰ ਢੋ ਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਨਿਆਸਰਿਆਂ ਦੇ ਆਸਰੇ ਬਣ ਗਏ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਘਾਲਣਾ, ਨਾਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਜੀਵਨ ਦੀ ਘਾਲਣਾ ਅਤੇ ਪਿਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪ੍ਰਾਪਤ ਕੀਤੀ ਬਖਸ਼ਿਸ਼ ਨੂੰ ਬੜੀ ਨੇੜੇ ਹੋ ਕੇ ਵੇਖੀ। ਅੱਜ ਜਦੋਂ ਸਮਾਂ ਆਇਆ, 11 ਸਾਲ ਦੀ ਉਮਰ ਹੋਈ, ਚੰਗੀ ਤਰ੍ਹਾਂ ਆਪਣੇ ਜੀਵਨ ਨੂੰ ਗੁਰਮਤਿ ਦੇ ਰੰਗ ਵਿੱਚ ਰੰਗ ਲਿਆ, ਤੇ ਮਊ ਪਿੰਡ ਦੇ ਰਹਿਣ ਵਾਲੇ ਭਾਈ ਕਿਸ਼ਨ ਚੰਦ ਦੀ ਉਹ ਬੱਚੀ ਜਿਨ੍ਹਾਂ ਨੂੰ ਆਪਾਂ ਸਤਿਕਾਰ ਨਾਲ ਮਾਤਾ ਗੰਗਾ ਜੀ ਕਹਿੰਦੇ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਵਿਆਹ ਹੋਇਆ। ਤੇ ਮਾਤਾ ਗੰਗਾ ਜੀ ਜਿਹੜੇ ਵਾਕਿਆ ਹੀ ਜਿਨ੍ਹਾਂ ਦਾ ਸੁਭਾਅ ਜਿਹੜਾ ਉਹ ਬੜਾ ਨਿਮਰਤਾ ਵਾਲਾ ਅਤੇ ਸੇਵਾ ਭਾਵਨਾ ਵਾਲਾ ਸੀ। ਇੱਕ ਦਿਨ ਵੀ ਇਤਿਹਾਸ ਵਿੱਚ ਐਸੀ ਗੱਲ ਸਾਨੂੰ ਨਹੀਂ ਮਿਲਦੀ ਵੀ ਮਾਤਾ ਗੰਗਾ ਜੀ ਨੇ ਕਦੀ ਇਹ ਆਖਿਆ ਹੋਵੇ ਵੀ ਮੈਨੂੰ ਆਹ ਪ੍ਰਾਪਤ ਨਹੀਂ ਹੋਇਆ ਜਾਂ ਮੈਨੂੰ ਆਹ ਚੀਜ਼ ਪ੍ਰਾਪਤ ਨਹੀਂ ਹੋਈ। ਸਤਿਕਾਰਯੋਗ ਮਾਤਾ ਗੰਗਾ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੇ ਜਿੰਨੇ ਵੀ ਜੀਵਨ ਨੂੰ ਆਪਾਂ ਵਿਚਾਰਦੇ ਹਾਂ ਤੇ ਆਪ ਜੀ ਨੂੰ ਪਤਾ ਲੱਗੇਗਾ ਵੀ ਕਿਸ ਤਰੀਕੇ ਨਾਲ ਉਹ ਹਰ ਸਮੇਂ ਇੱਕ ਚੰਗੀ ਸਿੱਖਿਆ ਉਹਨਾਂ ਨੂੰ ਪ੍ਰਾਪਤ ਹੋਈ ਤੇ ਉਹ ਸਿੱਖਿਆ ਤੇ ਅਮਲ ਕਰਕੇ ਜੀਵਨ ਨੂੰ ਢਾਲਿਆ। ਨਹੀਂ ਤੇ ਆਮ ਸੰਸਾਰਕ ਰਿਸ਼ਤਿਆਂ ਵਿੱਚ ਆਪਾਂ ਵੇਖਦੇ ਹਾਂ ਕਿੰਨੇ ਗਿਲੇ ਤੇ ਕਿੰਨੇ ਸ਼ਿਕਵੇ ਸਾਡੇ ਜੀਵਨ ਵਿੱਚ ਹੁੰਦੇ। ਜੋ ਨਹੀਂ ਪ੍ਰਾਪਤ ਹੋਇਆ ਉਹਦੇ ਵਾਸਤੇ ਅਸੀਂ ਨਿਰਾਸ਼ ਹੋ ਜਾਂਦੇ ਹਾਂ, ਜੋ ਪ੍ਰਾਪਤ ਹੋ ਜਾਂਦਾ ਹੈ ਤੇ ਉਹਦਾ ਆਪਾਂ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਹਾਂ। ਪਰ ਮਾਤਾ ਗੰਗਾ ਜੀ ਅਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਰ ਸਮੇਂ ਹਰ ਘੜੀ ਮਾਲਕ ਦਾ ਸ਼ੁਕਰਾਨਾ ਕੀਤਾ। ਸਾਰੀ ਜ਼ਿੰਦਗੀ ਸ਼ੁਕਰਾਨੇ ਨਾਲ ਭਰੀ ਹੋਈ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇੱਥੋਂ ਤੱਕ ਕਿ ਜਦੋਂ ਉਹਨਾਂ ਦੇ ਭਰਾਤਾ ਬਾਬਾ ਪ੍ਰਿਥੀ ਚੰਦ ਇਸ ਗੱਲ ਦਾ ਵੀ ਦਾਅਵਾ ਕਰਨ ਲੱਗ ਪਏ ਵੀ ਹੁਣ ਇਹ ਸਾਰੇ ਪ੍ਰਬੰਧ ਨੂੰ ਮੈਂ ਸੰਭਾਲਣਾ ਹੈ, ਤੇ ਇੱਕ ਦਿਨ ਵੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਨਹੀਂ ਆਖਿਆ ਵੀ ਮੈਨੂੰ ਵੀ ਪ੍ਰਬੰਧ ਚਾਹੀਦਾ, ਮੈਂ ਵੀ ਇਹ ਪ੍ਰਬੰਧ ਚਲਾਉਣਾ ਹੈ, ਮੈਨੂੰ ਵੀ ਕੋਈ ਹਿੱਸਾ ਚਾਹੀਦਾ ਹੈ, ਬਲਕਿ ਉਹ ਪਿਤਾ ਗੁਰੂ ਦੇ ਹੁਕਮ ਦੇ ਉੱਤੇ ਚੱਲਦੇ ਰਹੇ। ਸਮਾਂ ਆਪਣੀ ਚਾਲ ਚੱਲਿਆ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਹੁਣ ਸਹੀ ਸਮਾਂ ਜਾਣ ਕੇ ਵੀ ਹੁਣ ਪ੍ਰੀਖਿਆ ਦਾ ਵੇਲਾ ਹੈ, ਤਾਂ ਲਾਹੌਰ ਤੋਂ ਚੱਲ ਕੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਾਚਾ ਜੀ ਦੇ ਬੇਟੇ ਭਾਈ ਸਿਹਾਰੀ ਮੱਲ ਜੀ ਆਏ। ਅੱਗੋਂ ਉਹਨਾਂ ਦੇ ਬੇਟੇ ਦਾ ਵਿਆਹ ਸੀ। ਉਹਨਾਂ ਬਚਨ ਕੀਤੇ, ਸਤਿਗੁਰੂ ਕਦੀ ਲਾਹੌਰ ਦੀਆਂ ਗਲੀਆਂ ਦੇ ਵਿੱਚ
ਤੁਹਾਡੀ ਉਂਗਲ नहीं फड़ सके। पर अज तो सारी दुनिया कह रही है गुरु रामदास राखो शरणाई। अज तुहाडी शरण विच हर कोई रहना चाहता है। कृपा करो, साडे घर मालक ने खुशियां बख्शियां ने ते तुसीं रहमत करके उन्हां खुशियां दे विच शामिल होवो। तो गुरु रामदास महाराज पातशाह जी ने आख्या भी असीं तां नहीं आ सकते, फिर कभी समा बनया तो आवांगे। अगों उन्होंने बचन किया भी सतगुरु कृपा करो, अपने 3 पुत्रां विचों किसी एक पुत्र नूं घल दिओ। हुण वेखो गुरु प्यारिओ, ये परीक्षा का समा सी। जदों गुरु रामदास महाराज पातशाह जी ने वड्डे पुत्र बाबा प्रिथी चंद नूं आवाज़ मारी तो बाबा प्रिथी चंद जदों कोल आए बचन किया भी तुसीं लाहौर जाना है। तो अगों बाबा प्रिथी चंद ने आख्या भी सतगुरु इत्थे काम कार बहुत ज़्यादा है, आ सारा प्रबंध मैनूं संभालना पैंदा है। हुण माइक बिरती है। वेखो मैं अरंभता विच बचन किया सी भी 2 रस्ते जीवन विच ने, एक है माया का, एक है रबी कृपा का, माया का। हुण जिंदगी दे विच या तो मनुख माया वाले रस्ते पर तुरिया जाता है तो या फिर रब्बी बख्शिश वाले राह। हुण जिहड़ी माया वाला रस्ता है वो पापां दी थां जाके खड़ा कर देता है तो जिथे पाप होंदे ने उत्थे बाद में पछतावा होता है। हुण बाबा प्रिथी चंद ने गुरु रामदास पातशाह जी ने आख्या भी सतगुरु इन्ना वड्डा प्रबंध मैनूं करना पैंदा है, मेरा जाना औखा है। गुरु का हुक्म नहीं मन्निया। जदों बाबा महादेव ने आख्या उन्होंने भी बचन आखे सतगुरु मैं संसार के रिश्तियों तो की लेना है, मैं तो इन्हों तो पहला ही आज़ाद हो चुकिया वा। अखीर गुरु अर्जन देव महाराज पातशाह जी को हुक्म होया तो गुरु अर्जन देव महाराज सच्चे पातशाह जी ने उत्थे बचन आख्या सतगुरु ये तो खुशियां वाले थान ते तुसीं सानूं भेज रहे हो, ये तो बड़ी चंगी थान ते भेज रहे हो महाराज। जे जिंदगी में कभी ऐसा समा आया जिथे मैनू अपना शीश भी देना पिया, जे उत्थे भी घलोगे मैं तां भी हस के चला जावां। महाराज सिंघासन तो उठे, धन गुरु गुरु अर्जन देव महाराज पातशाह जी को सीने नाल लाया, बड़ी प्रसन्नता जाहिर की, नाल बचन किया तेरे वर्गियां दी लाहौर नूं लोड़ है। जिहड़े लोग अज बाहर की गर्मी धुप नूं वेख के ते लाहौर नहीं जा सकते, उन्होंने तत्ती तवी दे की बैठना है। खैर धन गुरु गुरु अर्जन देव महाराज पातशाह जी लगे तुरन ते महाराज ने हुक्म किया चले हुक्म विच वापस भी हुक्म विच आउणा है, भाव जिन्ना चिर साडी आग्या ना होवे तुसीं वापस नहीं आउणा। आग्या विच चले हो ते आग्या दे विच ही तुसीं वापस मुड़ना है। धन गुरु गुरु अर्जन देव महाराज सच्चे पातशाह जी इस भेद को चंगी तरह समझते सन। उन्होंने पता सी भी बाबा लैणा जी ने हुक्म मन के ही मालिक की प्राप्ति की थी। गुरु अमरदास पातशाह जी ने हुक्म मन के सेवा करके ही ये दात प्राप्त की थी। गुरु रामदास पातशाह जी ने सिर से टोकरियां ढो के सेवा करके अते हुक्म मन के ही ये दात प्राप्त की थी। अज जे मैनू ये दात प्राप्त होनी तो मैनू भी हुक्म मनना पैना है। निक्की जी होर गल एक क्षण समझ लीए, जेड़े लोग किसी का हुक्म मनते नहीं वो किसी का हुक्म मनवा भी नहीं सकते। जिन्हों ने कभी किसी का हुक्म मनिया नहीं, जे कोई बच्चा मापिया का कहना ना मने तो फिर मापे भी फिर कहना नहीं जे मनते। हाँ जेड़ा बच्चा लायक होवे मापिया की हर गल को स्वीकार करता होवे मनता होवे, मापे भी फिर उन्होंने गल को स्वीकार कर देते हैं। अज जिन्ने भी लोग वड्डे अहुदियां ते बैठे कदी ना कदी इन्होंने हुक्म मनिया सी अपने उस्ताद का, अपने टीचर का, अपने मापिया का, उन्होंने आग्या नूं मनिया सी। जे 5 प्यारियां ने गुरु अगे सीस दिता, गुरु का हुक्म मनिया सी ते गुरु गोबिंद सिंह पातशाह जी ने भी उन्हों का कच्ची गढ़ी में हुक्म मन के ते चलने लई स्वीकार किया सी। ते जे 5 ने उदों ना मनिया होंदा ते की गुरु गोबिंद सिंह पातशाह जी ने मनना सी?
सो गुरु प्यार वालिओ, गुरु अर्जन देव महाराज पातशाह जी ने हुक्म मन्निया ते हुक्म मन के लाहौर चले गए। समा बतीत होया, सारे कारज संपूर्ण हो गए ते गुरु अर्जन देव सच्चे महाराज पातशाह जी उड़ीक लगे करन भी पिता गुरु ने आख्या सी हुक्म में चले हो, हुक्म में ही आना, भाव आग्या लैके चले हो, बिना आग्या तो आना नहीं। हुण मन में ये विचार बनाई भी गुरु के दीदार करने ने, अंदरों तड़फ लगी है भी गुरु के दीदार किवें करदे। एक बड़ा प्यारा बचन आंदा है रब्बी बाणी अंदर, साहब आखदे ने भी जे अंदर तड़फ पैदा हो जाए दर्शनां दी, दीदारां दी, ते फिर वड्डे वड्डे पहाड़, वड्डे वड्डे सागर, वड्डियां वड्डियां नदियां भी रुकावट नहीं बन सकती। मनुख वड्डे वड्डे दरियावां नूं भी पार कर लेंदे जिन्हां अंदर मालिक दे दर्शनां दी तांघ होवे। सतगुर पातशाह जी आखदे ने किन्ना भी खारा समुंदर क्यों ना होवे, किन्ना भी झक्खड़ हनेरी क्यों ना आउंदी होवे, जिन्हें दीदार करने ने गुरु प्यार वालिओ ने कर ही लैणे ने। असीं तां एक बहाना बना लेंदे, काम बहुत ज़्यादा ने, काम विच बिजी रहिंदे आ। ते सच जाणिओ जदों नहीं सी काम उदों तां गुरु दे कोल रोज़ आउंदे सां, उदों गुरु दी बाणी भी पढ़दे सां, सेवा भी रज के करदे सी। अज मालिक ने किरपा करके चंगा काम, चंगा रोज़गार तोड़ दिता ते अज तू कहना मेरे कोल समा। पर मैं वेखिआ बच्चे भावें सारे साल गुरुद्वारे मंदिर ना आउण, पर जदों प्रीखिया होंदी है वो समा कढ ही लैंदे ने। जदों प्रीखिया होवे ना, बच्चियां दे पेपर होण, मैं उदों उन्होंने वेख्या खास तौर पर मंदिर मसीत गुरुद्वारे में मत्था टेकन आउंदे, वो खास तौर पर अरदास कराउण आउंदे ने, वो खास तौर पर बेनती करते हैं रब अगे। प्रीखिया के वेले तो सगों ज़्यादा सुचेत होंदे ने, सगों उन्होंने रब चेते आउंदा। ते असीं कहने साडे कोल काम बहुत ज़्यादा है, जिन्ना काम ज़्यादा है बंदगी इन्नी ज़्यादा होनी चाहिए सी, पर साडी तां बंदगी उन्नी घट गई। असीं उन्ने अवेसले हो गए जिन्नियां दातां ज़्यादियां मिल गई। मार्जन तां ही कहना पिया दुख दारू सुख रोग पिया, सुख आए तो रोगी हो गया, दुख आए तो फिर दुख ने सुचेत किया। मार्ज कह लगे केतियां दुख भूख सदमार, ए पेदार तेरी दातार। याद रखी सुखां विच बंदा जिहड़ा है रोगी हो जाता है, दुख आउंदे ने ते बंदे नूं सुचेत करते ने भलिया तू असली अकाल पुरख परमात्मा परमेश्वर के नाम को भुल चुके, याद कराउंदे ने। अफसोस कि बंदा उस पासे ध्यान नहीं देता। खैर अंदरों तड़फ होवे ते दुनिया की कोई ऐसी ताकत नहीं रोक सके। महाराज आदमी झक्खड़ झांगी मीह वरसै भी गुर देखण जाई, किन्ना भी हनेर, किन्ना भी झक्खड़, किन्ना भी तूफान क्यों ना आ जाए, जिन्हें गुरु के दीदार करने ने प्यारे उन्हें कर ही लैने ने, उन्हें समा कढ ही लेना। वो भावें 5 मिनट होवे, भावें 10 मिनट होवे ते भावें 1 मिनट होवे, उन्हें समा कढ ही लेना। महाराज ने तां ही कृपा की कि गुरु अर्जन देव पातशाह जी लाहौर में बैठे, अंदरों दर्शनां की तांघ ऐसी पैदा हुई, अंदरों गुरु गुरु जपते हैं। गुरु रामदास पातशाह जी के चरणों में अरदासां करते हैं, कई चिट्ठियां घलते हैं, पर समा नहीं बनता, दीदार नहीं हो रहे। अंदरों तड़फ इन्नी लग गई दीदारां दी गुरु रामदास सच्चे पातशाह जी दे। हुण गुरु जानता है। एक गल हमेशा याद रखियो, असीं कहने शायद गुरु नूं पता नहीं लगता, क्योंकि साडी चलाकी बिरतियां ही संसार नूं मूर्ख बना लेने। अस संसारक लोगों को मूर्ख बनाना जानते, तो चंगी सियाणप साडे कोल। असीं कहने असीं पढ़े लिखे हाँ, असीं लोगों को चतराई दे नाल भरमा लेने। पर याद रखियो सद सुनदा सद वेखदा शब्द रहा भरपूर, इहदे तो कुछ भी लुकिया नहीं जी। ये सब जानता है, इनू केवल कहण का नहीं भी अंतरजामी, ये खाली अंतरजामी शब्द कहण का नहीं, ये वाक्य ही अंदर दी जानता है। इनू हर एक बंदे दे अंदर दी हालत पता है। पढ़ो कलगीधर महाराज पातशाह जी के बचन। महाराज आदि ने भले बुरे की पीर पछान,
ਇਹ ਚੰਗੇ ਤੇ ਮਾੜੇ ਦੇ ਅੰਦਰ ਦੀ ਹਰ ਅਵਸਥਾ ਨੂੰ ਜਾਣਦਾ ਹੈ। ਇਹਨੂੰ ਐਵੇਂ ਨਾ ਜਾਣੀ, ਇਹਨੂੰ ਜੇ ਜਾਗਦੀ ਜੋਤ ਕਹਿੰਦਾ ਹੈ ਤੇ ਇਹ ਵਾਕਿਆ ਸਮਰੱਥ ਹੈ ਤੇਰੇ ਅੰਦਰ ਦੀ ਸਾਰੀ ਕਹਾਣੀ ਨੂੰ ਬਿਆਨ ਕਰਕੇ ਰੱਖ ਦੇਵੇਗਾ। ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਈਏ, ਪਰਮਾਤਮਾ ਸਭ ਦੇ ਅੰਦਰ ਦੀ ਖੇਡ ਨੂੰ ਜਾਣਦਾ ਹੈ। ਕਿਹੜਾ ਚੰਗਾ ਹੈ, ਕਿਹੜਾ ਮਾੜਾ ਹੈ, ਕਿਹੜਾ ਝੂਠਾ ਹੈ, ਕਿਹੜਾ ਸੱਚਾ ਹੈ, ਉਹਦੇ ਕੁਝ ਵੀ ਛੁਪਿਆ ਨਹੀਂ ਰਹਿ ਸਕਦਾ ਤੇ ਨਾ ਹੀ ਕੋਈ ਮਨੁੱਖ ਛੁਪਾ ਕੇ ਰੱਖ ਸਕਦਾ ਹੈ। ਇੱਕੋ ਇੱਕ ਐਸੀ ਹਸਤੀ ਹੈ ਮਾਲਕ, ਜਿਹਦੇ ਤੋਂ ਕੁਝ ਵੀ ਛੁਪਿਆ ਨਹੀਂ ਰਹਿੰਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਹਰ ਇੱਕ ਮਨੁੱਖ ਦੇ ਅੰਦਰ ਦੀ ਕਹਾਣੀ ਮਾਲਕ ਨੂੰ ਪਤਾ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪਣੇ ਪੁੱਤਰ ਦੇ ਅੰਦਰ ਦੀ ਬਹਿਬਲਤਾ ਨੂੰ, ਦਰਸ਼ਨਾਂ ਦੀ ਤਾਂਘ ਨੂੰ ਮਾਨੋ ਉੱਥੇ ਬੈਠੇ ਸਮਝ ਰਹੇ। ਇੱਕ ਸਮਾਂ ਉਹ ਆਇਆ ਜਦੋਂ ਅੰਦਰੋਂ ਅਰਦਾਸ ਆਸ ਬਣ ਗਈ ਤੇ ਆਸ ਬਣ ਕੇ ਜਦੋਂ ਹਿਰਦੇ ਵਿੱਚੋਂ ਬੋਲ ਨਿਕਲਦੇ ਨੇ ਨਾ, ਉਹ ਬੋਲ ਫਿਰ ਸੱਚ ਜਾਣੇ, ਉਹ ਸਿੱਧਾ ਰੱਬੀ ਦਰ ਤੇ ਪ੍ਰਵਾਨ ਹੋ ਜਾਂਦੇ। ਅਰਦਾਸ ਆਸ ਬਣ ਜਾਵੇ। ਇਹ ਨਹੀਂ ਵੀ ਕੇਵਲ ਬਾਹਰੀ ਬੋਲਾਂ ਨਾਲ ਅਰਦਾਸ ਕਰਕੇ 2-3 ਮਿੰਟ ਮਾਫ ਕਰਨਾ, 2-3 ਮਿੰਟ ਵੀ ਅਰਦਾਸ ਵਿੱਚ ਸਟੇਟ ਹੋ ਕੇ ਨਹੀਂ ਖਲੋ ਸਕਦੇ। ਅਸੀਂ ਤਾਂ ਖਲੋਤੇ ਵੀ ਲਈ ਜਾਂਦੇ ਹਾਂ। ਸਾਡਾ ਧਿਆਨ ਇਕਾਗਰ ਕਿੰਨਾ ਕੁ ਹੁੰਦਾ ਅਰਦਾਸ ਤੇ ਅਰਦਾਸ ਆਸ ਕਿੱਦਣ ਬਣੇਗੀ ਤੇ ਸਾਰੀ ਜ਼ਿੰਦਗੀ ਲੰਘ ਜਾਂਦੀ ਅਰਦਾਸ ਕਰਦੇ ਨੇ, ਪੂਰੀ ਨਹੀਂ ਹੋਈ। ਪੂਰੀ ਭਲਿਆ ਕਿੱਥੋਂ ਹੋਣੀ ਹੈ? ਅੰਦਰੋਂ ਇੱਕ ਵੀ ਲਫ਼ਜ਼ ਕਿਤੇ ਅਰਦਾਸ ਦਾ ਤੇਰੇ ਧਿਆਨ ਕਰਕੇ ਟਿਕਿਆ ਨਹੀਂ। ਮਹਾਰਾਜ ਕਿਰਪਾ ਕਰਦੇ ਨੇ, ਜਿਸ ਦਿਨ ਅਰਦਾਸ ਆਸ ਬਣ ਗਈ ਨਾ, ਫਿਰ ਉਸ ਦਿਨ ਬਾਬਾ ਫਰੀਦ ਜੀ ਨੇ ਆਖਿਆ, ਬਹੁਤ ਜਨਮ ਬਿਸ਼ਰੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖੇ, ਕਹਿ ਰਵਿਦਾਸ ਆਸ ਲਗ ਜੀਉ, ਚਿਰ ਪਿਓ ਦਰਸ਼ਨ ਦੇਖੇ। ਜਿਸ ਦਿਨ ਅੰਦਰ ਆਸ ਪੈਦਾ ਹੋ ਗਈ, ਯਾਦ ਰੱਖਣਾ ਫਿਰ ਨਿਰਾਸ਼ਾ ਖਤਮ ਹੋ ਜਾਵੇ। ਆਸ ਜਿਹੜੀ ਹੈ ਬੰਦੇ ਅੰਦਰੋਂ ਨਿਰਾਸ਼ਾ ਖਤਮ ਕਰ ਦਿੰਦੀ ਹੈ ਤੇ ਨਿਰਾਸ਼ ਬੰਦਾ ਉਦੋਂ ਤੱਕ ਰਹਿੰਦਾ ਹੈ ਜਦੋਂ ਤੱਕ ਬੰਦੇ ਦੇ ਸਾਹਮਣੇ ਕੋਈ ਆਸ ਨਾ ਹੋਵੇ, ਜਦੋਂ ਕੋਈ ਰਾਹ ਨਾ ਹੋਵੇ। ਨਿਰਾਸ਼ ਤੇ ਉਦੋਂ ਹੀ ਹੁੰਦਾ ਬੰਦਾ। ਤੇ ਮੈਂ ਇੱਕ ਕਿਤਾਬ ਪਿਆ ਪੜ੍ਹਦਾ ਸੀ, ਉਸ ਕਿਤਾਬ ਅੰਦਰ ਬੜੀ ਇੱਕ ਵਧੀਆ ਗੱਲ, ਇੱਕ ਦਿਨ ਮੈਂ ਵਿਸ਼ੇ ਤੋਂ ਬਾਹਰ ਜਾ ਰਿਹਾ, ਉਹਦੇ ਵਿੱਚ ਬੜੀ ਵਧੀਆ ਗੱਲ ਲਿਖੀ ਸੀ। ਕਹਿੰਦੇ ਇੱਕ ਸਮੁੰਦਰੀ ਜਹਾਜ਼ ਸਮੁੰਦਰ ਦੇ ਵਿੱਚ ਡੁੱਬ ਗਿਆ, ਇੱਕ ਮਨੁੱਖ ਬਚ ਗਿਆ। ਉਹ ਤਰਦਾ ਹੋਇਆ ਸਮੁੰਦਰ ਦੇ ਕਿਨਾਰੇ ਪਹੁੰਚ ਗਿਆ। ਜਦੋਂ ਪਹੁੰਚਿਆ ਉਹਨੇ ਆਕਾਸ਼ ਵੱਲ ਵੇਖਿਆ ਤੇ ਮਾਨੋ ਰੱਬ ਨੂੰ ਖਤ ਹੋ ਕੇ ਕਹਿ ਲਗਾ, ਐ ਰੱਬਾ ਤੂੰ ਮੇਰੇ ਨਾਲ ਬੜੀ ਵੱਡੀ ਜ਼ਿਆਦਤੀ ਕੀਤੀ, ਜਾਂ ਤੇ ਮੈਨੂੰ ਵੀ ਖਤਮ ਕਰ ਦਿੰਦਾ ਤੇ ਜਾਂ ਫਿਰ ਮੈਨੂੰ ਬਚਾਉਂਦਾ। ਖੈਰ ਉਹਦੀ ਜ਼ਿੰਦਗੀ ਲਿਖੀ ਸੀ, ਉਹ ਬਚ ਗਿਆ। ਹੁਣ ਉੱਥੇ ਨਾ ਕੋਈ ਮਨੁੱਖ, ਨਾ ਕੋਈ ਵੇਖਣ ਵਾਲਾ, ਨਾ ਕੋਈ ਸੁਣਨ ਵਾਲਾ, ਇਕੱਲਾ ਫਸਿਆ। ਉਹਨੇ ਕੀ ਕੀਤਾ, ਉੱਥੇ ਰਹਿ ਕੇ ਕੁਝ ਝਾੜੀਆਂ ਉੱਤਰ ਇਕੱਠੇ ਕੀਤੇ, ਨਿੱਕੀ ਜਿਹੀ ਇੱਕ ਝੁੱਗੀ ਬਣਾ ਲਈ ਰਹਿਣ ਵਾਸਤੇ। ਝੁੱਗੀ ਬਣਾ ਲਈ ਤੇ ਸਮੇਂ ਦੀ ਲੱਗਾ ਉਡੀਕ ਕਰਨ, ਮਨ ਵਿੱਚ ਵਿਚਾਰ ਬਣਾ ਲਈ ਵੀ ਹੁਣ ਤੇਰਾ ਆਹੀ ਜੀਵਨ ਹੈ, ਕਿਉਂਕਿ ਹੁਣ ਤੈਨੂੰ ਇੱਥੋਂ ਨਾ ਕੋਈ ਕੱਢਣ ਵਾਲਾ ਤੇ ਨਾ ਕੋਈ ਤੈਨੂੰ ਵੇਖਣ ਵਾਲਾ, ਨਾ ਤੈਨੂੰ ਬਚਾਉਣ ਵਾਲਾ। ਉਹਨੇ ਮਨ ਵਿੱਚ ਇਹ ਵਿਚਾਰ ਬਣਾ ਲਈ ਵੀ ਬਸ ਆਹੀ ਹੁਣ ਮੇਰਾ ਸੰਸਾਰ ਹੈ। ਕਹਿੰਦੇ ਨੇ ਇੱਕ ਦਿਨ ਰਾਤ ਨੂੰ ਜਦੋਂ ਉਹ ਅੱਗ ਬਾਲ ਰਿਹਾ ਸੀ, ਅੱਗ ਬਾਲਦਿਆਂ ਹੋਇਆਂ ਇੱਕ ਚਿੰਗਾਰੀ ਨਿਕਲੀ ਤੇ ਉਹਦੀ ਝੁੱਗੀ ਨੂੰ ਅੱਗ ਲੱਗ ਗਈ। ਜਦੋਂ ਝੁੱਗੀ ਨੂੰ ਅੱਗ ਲੱਗੀ ਤਾਂ ਉਦੋਂ ਉਹਨੇ ਰੱਬ ਨੂੰ ਬੜਾ ਮਾੜਾ ਆਖਿਆ। ਇੱਕ ਤਾਂ ਉਹਨੇ ਆਖਿਆ ਮੇਰੀ ਜ਼ਿੰਦਗੀ ਇਸ ਤਰ੍ਹਾਂ ਦੀ ਬਣ ਗਈ ਕਿ ਮੈਂ ਇਸ ਸੰਸਾਰ ਦੇ ਲੋਕਾਂ ਨਾਲੋਂ ਮੇਰਾ ਸੰਬੰਧ ਟੁੱਟ ਗਿਆ, ਮੈਂ ਐਸੀ ਥਾਂ 'ਤੇ ਫਸ ਗਿਆ ਜਿੱਥੋਂ ਮੈਂ ਨਿਕਲ ਨਹੀਂ ਸਕਦਾ, ਨਾ ਤੂੰ ਮੈਨੂੰ ਬਚਾਉਣ ਵਾਲਾ। ਅੱਤ ਦਾ ਨਿਰਾਸ਼ ਹੋਇਆ, ਰੱਬ ਨੂੰ ਮਾੜਾ ਕਹਿੰਦਾ ਹੈ, ਬੁਰਾ ਕਹਿੰਦਾ ਹੈ। ਕਹਿੰਦੇ ਨੇ ਸਵੇਰ ਹੋਈ, ਸਾਰੀ ਰਾਤ ਰੱਬ ਨੂੰ ਮਾੜਾ ਕਹਿੰਦਾ ਰਿਹਾ। ਨਿੱਕੀ ਜਿਹੀ ਝੋਪੜੀ ਪਾਈ ਸੀ, ਉਹ ਵੀ ਸਾੜ ਕੇ ਰੱਖ ਦਿੱਤੀ। ਸਾਰੀ ਰਾਤ ਰੱਬ ਨੂੰ ਮਾੜਾ ਆਖਿਆ। ਗੁਰੂ ਪਿਆਰ ਵਾਲਿਓ, ਦਿਨ ਚੜ੍ਹਿਆ। ਕਹਿੰਦੇ ਨੇ ਇੱਕ ਸਮੁੰਦਰੀ ਜਹਾਜ਼ ਆਉਂਦਾ ਦਿਸਿਆ। ਜਦੋਂ ਸਮੁੰਦਰੀ ਜਹਾਜ਼ ਆਉਂਦਾ ਦਿਸਿਆ, ਉਹ ਲੋਕ ਨੇੜੇ ਆਏ, ਉਹਨਾਂ ਨੇ ਆਵਾਜ਼ ਮਾਰੀ ਤੇ ਉਹ ਹੈਰਾਨ ਹੋ ਗਿਆ। ਉਹਨੇ ਆਖਿਆ ਤੁਹਾਨੂੰ ਕਿਵੇਂ ਪਤਾ ਲੱਗਿਆ? ਉਹਨਾਂ ਆਖਿਆ ਰਾਤ ਦਾ ਸਮਾਂ ਸੀ, ਅੱਗ ਬਲਦੀ ਸੀ ਪਈ, ਅਸੀਂ ਸਮਝਿਆ ਵੀ ਜ਼ਰੂਰ ਕੋਈ ਨਾ ਕੋਈ ਮਨੁੱਖ ਹੈ ਜਿਹੜਾ ਅੱਗ ਵੀ ਬਲਦੀ ਹੈ ਤੇ ਹੋ ਸਕਦਾ ਹੈ ਕੋਈ ਮਨੁੱਖ ਉਡੀਕ ਪਿਆ ਕਰਦਾ ਹੋਵੇ। ਉਸ ਬਲਦੀ ਅੱਗ ਨੂੰ ਵੇਖ ਕੇ ਅਸੀਂ ਇੱਥੇ ਆਏ ਹਾਂ, ਨਹੀਂ ਤੇ ਪਤਾ ਸਾਨੂੰ ਵੀ ਨਹੀਂ ਸੀ ਲੱਗਣਾ।
ਉਹਨੇ ਉਸੇ ਵੇਲੇ ਰੱਬ ਦਾ ਸ਼ੁਕਰ ਕੀਤਾ, ਪਰਮਾਤਮਾ ਸ਼ੁਕਰ ਹੈ ਤੇਰਾ, ਜੇ ਰਾਤੀ ਝੁੱਗੀ ਨਾ ਸੜਦੀ ਤੇ ਇਹਨਾਂ ਲੈ ਨਹੀਂ ਸੀ ਆਉਣਾ। ਕਈ ਵਾਰੀ ਅਸੀਂ ਨਿਰਾਸ਼ ਹੋ ਜਾਂਦੇ ਹਾਂ, ਪਰ ਰੱਬ ਹਮੇਸ਼ਾ ਸਹੀ ਕਰਦਾ ਹੈ, ਚੰਗਾ ਕਰਦਾ ਹੈ। ਅੰਦਰੋਂ ਆਸ ਪੈਦਾ ਹੋ ਜਾਵੇ, ਅਰਦਾਸ ਆਸ ਬਣ ਜਾਵੇ ਤੇ ਮੁਕਾਮ ਤੇ ਪਹੁੰਚ ਸਕਦੇ ਹਾਂ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਦਰੋਂ ਆਸ ਪੈਦਾ ਹੋਈ, ਅਰਦਾਸ ਆਸ ਬਣ ਗਈ ਵੀ ਹੁਣ ਤਾਂ ਗੁਰੂ ਆਵੇਗਾ, ਹੁਣ ਤਾਂ ਗੁਰੂ ਜਾਂ ਕਿਸੇ ਨੂੰ ਘੱਲੇਗਾ। ਅੰਦਰੋਂ ਗੁਰੂ ਗੁਰੂ ਜਪਦੇ ਆ, ਭਾਵਨਾ ਇੰਨੀ ਬਣ ਗਈ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਿੱਖ ਨੂੰ ਘੱਲਿਆ ਵੀ ਜਾਓ ਅਰਜਨ ਜੀ ਨੂੰ ਲੈ ਕੇ ਆਓ ਲਾਹੌਰ ਤੋਂ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਲਾਹੌਰ ਤੋਂ ਜਦੋਂ ਲੈ ਕੇ ਆਏ ਤੇ ਮਹਾਰਾਜ ਪਾਤਸ਼ਾਹ ਜੀ ਨੇ ਉਸ ਸਮੇਂ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚੇ ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸੀਨੇ ਨਾਲ ਲਾਇਆ ਤੇ ਬਾਂਹ ਫੜ ਕੇ ਕਹਿਣ ਲੱਗੇ, ਆ ਫਿਰ ਅੱਜ ਮੈਂ ਤੈਨੂੰ ਅਸਲੀ ਮੁਕਾਮ ਤੇ ਲੈ ਕੇ ਚੱਲਦਾ, ਜਿਸ ਲਾਇਕ ਤੂੰ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਅਜੇ ਗੁਰੂ ਨਹੀਂ ਬਣੇ, ਪਰ ਆਪਾਂ ਸਤਿਕਾਰ ਨਾਲ ਗੁਰੂ ਸ਼ਬਦ ਲਾ ਰਹੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨਾਲ ਲੈ ਗਏ ਗੋਇੰਦਵਾਲ ਸਾਹਿਬ ਦੀ ਧਰਤੀ ਤੇ। ਗੋਇੰਦਵਾਲ ਸਾਹਿਬ ਦੀ ਧਰਤੀ ਉਹ ਸੀ ਜਿੱਥੇ ਬਾਬਾ ਜੇਠਾ ਜੀ ਕਦੀ ਲਾਹੌਰ ਤੋਂ ਆਪ ਚੱਲ ਕੇ ਆਏ ਸੀ। ਇਹ ਉਹ ਧਰਤੀ ਸੀ ਜਿੱਥੇ ਭਾਣਾ ਮੰਨਣ ਵਾਲੀ ਸਤਿਕਾਰਯੋਗ ਬੀਬੀ ਭਾਨੀ ਮਿਲੀ ਸੀ ਜੀਵਨ ਸਾਥਣ। ਇਹ ਉਹ ਧਰਤੀ ਸੀ ਜਿੱਥੇ ਇੱਕ ਪਿਤਾ ਵਾਲਾ ਪਿਆਰ ਗੁਰੂ ਕੋਲੋਂ ਮਿਲਿਆ ਸੀ, ਗੁਰੂ ਰਾਮਦਾਸ ਪਾਤਸ਼ਾਹ ਜੀ। ਇਹ ਉਹ ਧਰਤੀ ਸੀ ਜਿੱਥੇ ਮਾਤਾ ਮਨਸ਼ਾ ਦੇਵੀ ਦਾ ਪਿਆਰ ਮਿਲਿਆ ਸੀ, ਮਾਂ ਵਰਗਾ। ਇਹ ਉਹ ਧਰਤੀ ਸੀ ਜਿੱਥੋਂ ਦੁਨੀਆ ਦੇ ਸਾਰੇ ਸੁੱਖ ਮਿਲੇ ਸਨ। ਇਹ ਉਹ ਧਰਤੀ ਸੀ ਜਿੱਥੇ ਆ ਕੇ ਜੇਠੇ ਨੂੰ ਗੁਰੂ ਰਾਮਦਾਸ ਪਾਤਸ਼ਾਹ ਵਾਲੀ ਪਦਵੀ ਮਿਲੀ ਸੀ। ਇਸ ਧਰਤੀ ਤੇ ਲਿਆ ਕੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਤਖਤ ਉੱਤੇ ਬਿਠਾਇਆ, ਨਾਲ ਬਚਨ ਕੀਤਾ ਵੀ ਪੁੱਤਰ ਜੀ, ਜਦੋਂ ਮਨੁੱਖ ਦੇ ਹਿਰਦੇ ਵਿੱਚ ਅਰਦਾਸ ਆਸ ਬਣ ਜਾਵੇ ਤੇ ਉਹ ਰੱਬੀ ਗੁਣਾਂ ਨਾਲ ਜੀਵਨ ਸ਼ਿੰਗਾਰ ਲਵੇ ਤਾਂ ਫਿਰ ਉਹ ਇਸ ਤਖਤ ਦੇ ਲਾਇਕ ਬਣ ਜਾਂਦਾ ਹੈ। ਤਖਤ ਤੇ ਉਹੀ ਬੈਠ ਸਕਦਾ ਜਿਹੜਾ ਤਖਤ ਦੇ ਲਾਇਕ ਹੋਵੇ। ਤੇ ਅੱਜ ਤੇ ਆਪਾਂ ਵੇਖਦੇ ਹਾਂ ਉਹ ਵੀ ਬੰਦੇ ਤਖਤਾਂ ਤੇ ਬੈਠੇ ਨੇ ਜਿਨ੍ਹਾਂ ਨੂੰ ਸੋਝੀ ਨਹੀਂ ਤਖਤ ਦੀ। ਉਹ ਵੀ ਬੰਦੇ ਬੈਠੇ ਸਿਫਾਰਿਸ਼ਾਂ ਦੇ ਨਾਲ ਜਾਂ ਹੋਰ ਨਕਲੀਆਂ ਡਿਗਰੀਆਂ ਦੇ ਨਾਲ। ਜਿਹੜੇ ਲੋਕ ਇਸ ਤਰੀਕੇ ਨਾਲ ਕਿਸੇ ਅਹੁਦੇ ਤੇ ਜਾਂਦੇ ਨੇ, ਮਨ ਉਹਨੂੰ ਪਤਾ ਹੀ ਨਹੀਂ ਰਾਜਨੀਤੀ ਦਾ, ਤੇ ਜੇ ਉਹ ਰਾਜਨੇਤਾ ਬਣ ਗਿਆ ਤੇ ਲੋਕਾਂ ਦਾ ਸਵਾਰਨਾ ਉਹਨੇ ਕੀ। ਜਿਹਨੂੰ ਡਾਕਟਰ ਦਾ ਪਤਾ ਹੀ ਨਹੀਂ ਤੇ ਡਿਗਰੀ ਡਾਕਟਰੇਟ ਦੀ ਲਈ ਫਿਰਦਾ ਹੈ ਤੇ ਉਹ ਮਨੁੱਖ ਕਿਵੇਂ ਲੋਕਾਂ ਦਾ ਇਲਾਜ ਕਰੇਗਾ। ਜਿਹਨੂੰ ਮਾਸਟਰ ਦੀ ਡਿਗਰੀ ਨਹੀਂ ਜਿਹਨੇ ਲਈ ਤੇ ਸਕੂਲ ਵਿੱਚ ਮਾਸਟਰ ਲੱਗ ਗਿਆ, ਉਹਨੇ ਪੜ੍ਹਾਉਣਾ ਕੀ ਬੱਚਿਆਂ ਨੂੰ। ਇਸ ਤਰ੍ਹਾਂ ਗੁਰੂ ਪਿਆਰ ਵਾਲਿਓ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਰੱਬੀ ਗੁਣਾਂ ਵਿੱਚ ਨਿਪੁੰਨ ਹੋਏ। ਉਹਨਾਂ ਦੇ ਅੰਦਰ ਜਿਹੜੇ ਗੁਣ ਨੇ, ਇੱਕ ਖਿਣ ਮੈਂ ਕਹਿ ਕੇ ਸਮਾਪਤੀ ਕਰਾਂ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਹਿਜਤਾ ਦੀ ਮੂਰਤ ਨੇ, ਉਹ ਸ਼ਾਂਤੀ ਦੇ ਪੁੰਜ ਨੇ, ਉਹ ਚੰਗੇ ਉੱਗੇ ਇੱਕ ਸੰਗੀਤਕਾਰ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਰਾਗਾਂ ਦੀ ਜਾਣਕਾਰੀ ਰੱਖਦੇ ਨੇ, ਉਹ ਇੱਕ ਚੰਗੇ ਉੱਚ ਕੋਟੀ ਦੇ ਵਿਦਵਾਨ ਨੇ, ਉਹ ਬਾਣੀ ਨੂੰ ਸੰਪਾਦਿਤ ਕਰਨ ਵਾਲੇ, ਐਡਿਟ ਕਰਨ ਵਾਲੇ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਆਪ ਬਾਣੀ ਰਚੈਤਾ ਨੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਲੋਕਾਂ ਦੀ ਲੋੜ ਪੂਰੀ ਕਰਨ ਵਾਲੇ ਲੋੜਵੰਦ ਨੇ। ਉਹ ਲੰਗਰ ਲਾਉਂਦੇ ਨੇ, ਉਹ ਆਪਣੇ ਘਰ ਦੀ ਜਿੰਨੀ ਵੀ ਦੌਲਤ ਹੈ ਉਹ ਗਰੀਬਾਂ ਲੋੜਵੰਦਾਂ ਵਾਸਤੇ ਉਹਨੂੰ ਵਰਤ ਲੈਂਦੇ ਨੇ। ਪਰ ਕਦੀ ਵੀ ਮਨ ਵਿੱਚ ਇਹ ਵਿਚਾਰ ਨਹੀਂ ਕਰਦੇ ਵੀ ਇਹ ਮੇਰੀ ਦੌਲਤ। ਉਹ ਨਹੀਂ, ਉਹਨਾਂ ਦੇ ਮਨ ਨੂੰ ਅੰਦਰ ਦੀ ਭਾਵਨਾ ਹੈ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗੇ ਮੇਰਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇੱਕ ਐਸੇ ਸਥਾਨ ਦੀ ਸਥਾਪਨਾ ਕੀਤੀ, ਇਹੋ ਜਿਹਾ ਸਥਾਨ ਬਣਾਇਆ ਜਿੱਥੇ ਦੁਨੀਆ ਦੇ ਹਰ ਇੱਕ ਮਨੁੱਖ ਨੂੰ ਆਉਣ ਦੀ ਆਜ਼ਾਦੀ ਹੈ। ਕੋਈ ਮਨੁੱਖ ਐਸਾ ਨਹੀਂ ਜਿਹੜਾ ਇਹ ਆਖੇ ਵੀ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਮੈਨੂੰ ਅੰਦਰ ਨਹੀਂ ਜਾਣ ਦਿੱਤਾ। ਫਿਰ ਉਹ ਸ਼੍ਰੀ ਹਰਿਮੰਦਰ ਸਾਹਿਬ ਖਾਲੀ ਸਰੋਵਰ ਇਸ਼ਨਾਨ ਕਰਕੇ ਘਰ ਜਾਣ ਵਾਲੀ ਗੱਲ ਨਹੀਂ। ਉਸ ਸ਼੍ਰੀ ਹਰਿਮੰਦਰ ਵਿੱਚ ਮੈਂ ਪੜ੍ਹਦਾ ਹਾਂ ਪਿਆਰਿਓ, ਦੁਨੀਆ ਵਿੱਚ ਮੰਦਰ ਬਹੁਤ ਸਨ, ਅੱਜ ਵੀ ਬੜੇ, ਮੰਦਰਾਂ ਦੀ ਕਮੀ ਨਹੀਂ, ਪਰ ਅੱਜ ਤੱਕ ਹਰੀ ਦਾ ਮੰਦਰ ਕੋਈ ਨਹੀਂ ਸੀ ਬਣਿਆ, ਹਰ ਦਾ ਮੰਦਰ ਕੋਈ ਨਹੀਂ ਸੀ ਬਣਿਆ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਹਰਿਮੰਦਰ ਸਾਹਿਬ ਬਣਾ ਕੇ ਮਨ ਵਿੱਚ ਜਾਗਦੀ ਜੋਤ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪ੍ਰਕਾਸ਼ ਕਰਕੇ ਤੇ ਮਨੁੱਖਤਾ ਨੂੰ ਇਹ ਗੱਲ ਸਮਝਾਈ, ਪਿਆਰਿਆ ਇਹ ਮਨੁੱਖਤਾ ਸਾਰੀ ਰੱਬ ਦੀ ਬਣਾਈ ਹੋਈ ਹੈ, ਇਹ ਸਾਰੀ ਮਨੁੱਖਤਾ ਦੇ ਨਾਲ ਪਿਆਰ ਕਰ। ਇੱਕ ਚੰਗੇ ਰਾਜਨੀਤਿਕ, ਇੱਕ ਚੰਗੇ ਸੂਝਵਾਨ ਵਿਦਵਾਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ
एक चंगे संगीतकार, एक चंगी उच्ची सोच के मालक रब्बी गुणा नाल शिंगारे हुए ने। ते अज भी मनुखता नूं बाणी दे राही ये उपदेश दे रहे हैं भी भलिओ, जे तुसी मालक के चरनां नाल जुड़ोगे तो फिर तुसी पापां ते बुरे कर्मां के राह तो बच के अपने जीवन को संवार लवोगे। महाराज कृपा कर। धन गुरु अर्जुन देव महाराज पातशाह जी का अज गुरता गद्दी पुरब सी। आप सारिਆਂ ਨੂੰ सतगुरु पातशाह जी के गुरता गद्दी पुरब दीआं तरण गगन नवखंड मह जोत सबकी रहियो।